बिस्मिल्लाहिर्रहमानिर्रहीम। अस्सलामुअलैकुम नाजरीन, मैं हूं फराज अब्बास और आप देख रहे हैं फार्मिंग एंड बिजनेस आइडियाज़ यूट्यूब चैनल। दोस्तों, आज की इस वीडियो में हमारे साथ मौजूद होंगे एक बुजुर्ग जिनका डेयरी फार्मिंग के हवाले से तकरीबन 50 साल का तजर्बा है। तो उनसे मालूम किया जाएगा कि अगर कोई बंदा, अगर कोई दोस्त भाई डेयरी फार्मिंग का कारोबार शुरू करना चाहता है तो उसको किन बातों का ख्याल रखना चाहिए, किस किस्म के जानवर खरीदने चाहिए, किस इलाके से जानवर खरीदने चाहिए। इसके अलावा डेयरी फार्मिंग के हवाले से एक मुकम्मल तफसीली इंटरव्यू शूट किया जा रहा है। तो चलें स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम। बुजुर्गो की हाल है तुहाडा? ठीक ठाक हो? शुक्र अल्लाह दा। अच्छा, तुहाडा इसमें ग्रामी की जे? मनीर ढिल्लो। अच्छा मोहम्मद मनीर साहब, तुहाडा मज्जां दा बैंसां दे बिजनेस दा तकरीबन किन्ने क सालां दा तजर्बा है? मैं जनाब 65 साल मेरी उम्र हो गई है। अच्छा, ते 16 साल तो मैं डंगर पाल रहा। 16 किन्ने क डंगर रखदे हो एट अ टाइम? तकरीबन कोई 20 तो 22 डंगर। 20-22 डंगर माशाल्लाह रखदे हो। अच्छा, पहला साडे व्यूअर्स ने जेहड़े सवाल पुछने होना जवाब दो। एक व्यूअर्स पुछदे ने कि रोजाना दा एक मੱਝ तकरीबन किन्ने किलो पट्ठे खांदी है, चारा खांदी है? तकरीबन एक मੱਝ जड़ी ओदे वास्ते 10 किलो तूड़ी चाहिए। 10 किलो तूड़ी ते 30 किलो पट्ठे चाहिए। 30 किलो पट्ठे हरे जी, ठीक है। एक अगर अच्छी तरीके नाल सांभना है। ठीक है। और ਇਹ ਦੱਸੋ कि ਇਹ पट्ठे ਜਿਹੜੇ ਨੇ ਤਕਰੀਬਨ ਕਿੰਨੇ ਕ ਦੇ ਪੈ ਜਾਂਦੇ ਨੇ? ਅਗਰ ਆਪਣੀ ਜ਼ਮੀਨ ਹੋਏ ਫਿਰ ਕਿੰਨੇ ਦੇ ਪੈਣਗੇ? ਅਗਰ ਮੁੱਲ ਲੈ ਜਾਣ ਫਿਰ ਕਿੰਨੇ ਕ ਦੇ ਪੈਣਗੇ? अगर मुल ले जाते ने तो फिर ते तकरीबन 250 तो 300 रुपये के पैणगे। ठीक है। अगर अपने रखे ने पट्ठे बीजे ने फिर 100 तो 150 रुपये। अच्छा, एक चीज़ वाजा करना चाहांगा कि क्या ਇਹਦੇ ਚ ਵੰਡੇ ਦਾ ਖਰਚਾ ਵੀ ਸ਼ਾਮਲ ਹੈ? नहीं, ਵੰਡਾ ਇਸ ਤੋਂ ਇਲਾਵਾ ਹੈ? ਉਹ ਕਿੰਨਾ ਖਰਚਾ ਪਾਏਗਾ? ਉਹ ਜੀ ਤੁਸੀਂ 5 ਕਿਲੋ ਜਿਹੜਾ ਨਾ ਉਹ ਪਾਓ ਵੰਡਾ ਮੱਝ ਨੂੰ। ਜੀ ਜੀ, ਕਮ ਸੋ ਕਮ ਠੀਕ ਫਿਰ ਹੈ। ਤੁਹਾਡੀ ਮੱਝ ਜਿਹੜੀ ਨਾ ਦੁੱਧ ਅੱਛਾ ਦੇਗੀ। ਐਵਰੇਜ ਉਸ ਦਿਨ ਕਿੰਨਾ ਖਰਚਾ ਹੁੰਦਾ ਰੋਜ਼ਾਨਾ ਦੇ 5 ਕਿਲੋ ਦਾ? ਕਰੀਬ 10 2500 ਦੀ ਬੋਰੀ ਹੈ ਖਾਲ ਦੀ। ਠੀਕ ਹੈ। ਤੇ 57 ਕਿਲੋ ਵਜ਼ਨ ਇਹਦਾ। ਠੀਕ ਹੈ। ਤਕਸੀਮ ਕਰ ਲਓ ਤੇ ਕਿੰਨਾ ਉਹਨੂੰ ਆਏਗਾ। 5 ਦਾ 50 ਤੇ 5000 ਹੈ 55। ਅਸੀਂ 11 ਡੰਗਰਾਂ ਦਾ ਬਣਾ ਲੈਂਦੇ ਹਾਂ ਤੇ 2500 ਦੀ ਬੋਰੀ ਹੈ ਤੇ ਫਿਰ ਉਹ ਵੀ ਤਕਰੀਬਨ 250 ਦਾ ਹੀ ਬਣ ਗਿਆ। 200 ਤੋਂ 250 ਦੇ ਦਰਮਿਆਨ ਤੇ 250 ਖਰਚਾ ਆ ਰਿਹਾ। ਯਾਨੀ ਇੱਕ ਜਾਨਵਰ ਦਾ ਦੁੱਧ ਦੇਣ ਵਾਲੇ ਜਾਨਵਰ ਦਾ ਰੋਜ਼ਾਨਾ ਦਾ ਖਰਚ 500 ਦੇ ਕਰੀਬ ਹੈ। ਔਰ ਅਗਰ ਸਾਡਾ ਆਪਣਾ ਚਾਰਾ ਵਗੈਰਾ ਤੇ ਫਿਰ ਇਹ ਖਰਚਾ ਕੋਈ 150-200 ਘਟ ਜਾਏਗਾ। यानी कि अपना सब कुछ होए तकरीबन 250-200 ਤੇ ਅਗਰ ਮੁੱਲ ਦੀਆਂ ਚੀਜ਼ਾਂ ਹੁੰਦੇ ਤਕਰੀਬਨ 500 ਦੇ ਕਰੀਬ। 550। ਅੱਛਾ ਬਜ਼ੁਰਗ, ਦੱਸੋ ਤੂੜੀ ਦਾ ਅੱਜ ਕੱਲ ਰੇਟ ਕੀ ਹੈ? ਅੱਜ ਕੱਲ 200 ਤੋਂ 250 ਰੇਟ ਹੈ। ਠੀਕ ਤੇ ਹੈ। ਐਤਕਾ ਸਿਆਲ ਚ 700 ਰੁਪਏ ਮਣ ਤੱਕ ਤੂੜੀ ਵੇਚੀ। ਅੱਛਾ, ਫਿਰ ਤੁਹਾਡੇ ਨਜ਼ਦੀਕ ਕਿਹੜੇ ਮੌਸਮ ਵਿੱਚ ਤੂੜੀ ਖਰੀਦਣੀ ਚਾਹੀਦੀ ਹੈ? ਅੱਜ ਕੱਲ ਅੱਛਾ ਬਜ਼ੁਰਗੋ, ਇਹ ਦੱਸੋ ਕਿ ਵੰਡਾ ਬਣਾਉਣ ਦਾ, ਆਪਣਾ ਜ਼ਾਤੀ ਵੰਡਾ ਬਣਾਉਣ ਦਾ ਕੋਈ ਤਰੀਕਾ, ਕੋਈ ਸਸਤਾ ਪੈਂਦਾ ਹੈ? ਉਹ ਆਪਣਾ ਤਾਂ ਮੈਂ ਬਣਾਇਆ ਨਹੀਂ, ਅੱਛਾ, ਲੇਕਿਨ ਬਣਿਆ ਬਣਾਤਾ ਜਿਹੜਾ ਨਾ ਉਹਦੇ ਚ ਵੀ ਇੱਕ ਦੋ ਚੀਜ਼ਾਂ ਨੇ। ਅਗਰ ਤੁਸੀਂ ਖਲ ਦੀਆਂ 2-3 ਬੋਰੀਆਂ ਖਰੀਦ ਲੈਂਦੇ ਹੋ, 2-4 ਮਣ ਕਣਕ ਉਹਦੀ ਦਲਾ ਲੈਂਦੇ ਹੋ, 2 ਮਣ ਮਕਈ ਜਿਹੜੀ ਉਹ ਆਪਣੀ ਘਰ ਦੀ ਪਾ ਲੈਂਦੇ ਹੋ, ਔਰ ਲਾ ਕੇ ਸਭ ਕੁਝ ਤੇ ਤੁਸੀਂ 5-7 ਡੰਗਰਾਂ ਨਾਲ ਕਿ ਐਵਰੇਜ ਨਾ ਉਹਦਾ ਵੰਡਾ ਜਿਹੜਾ ਨਾ ਪੇਵੋ, ਉਹ ਤੁਹਾਨੂੰ ਸਸਤਾ ਪਏਗਾ। ਠੀਕ ਹੈ। ਤੇ ਦੁੱਧ ਵਧਾਉਣ ਦਾ ਦੇਸੀ ਨੁਸਖਾ, ਵਧੀਆ ਜਿਹਾ ਨੁਸਖਾ ਵੀ ਵਧੀਆ ਹੈ। ਮਕਈ ਪਾਓਗੇ ਨਾ ਜੀ ਜੀ, ਤੁਹਾਡਾ ਵਧੀਆ ਨੁਸਖਾ। ਉਹ ਬਾਦੀ ਜਿਹੜੀ ਕਣਕ ਉਹ ਬਾਦੀ ਨਹੀਂ ਰਹਿਣ ਦੇਗੀ ਮਕਈ ਦੀ। ਖਾਲ ਜਿਹੜੀ ਉਹਦਾ ਟੈਂਪਰੇਚਰ ਗਰਮ ਹੁੰਦਾ ਹੈ। ਠੀਕ ਹੈ। ਮਕਈ ਦਾ ਠੰਡਾ ਹੁੰਦਾ, ਲੇਕਿਨ ਮਕਈ ਨਾਲ ਦੁੱਧ ਜ਼ਿਆਦਾ ਦਿੱਤਾ ਜਾਂਦਾ। ਗਰਮ ਜਿਹੜੀ ਕਣਕ ਹੈ ਵੀ ਗਰਮ ਹੁੰਦੀ ਹੈ, ਇਹਦੇ ਨਾਲ ਵੀ ਦੁੱਧ ਜ਼ਿਆਦਾ ਮੱਝਾਂ ਦਿੰਦੀ ਹੈ। ਅੱਛਾ ਬਜ਼ੁਰਗੋ, ਜਿਹੜੀ ਖਾਂਗੜੀ ਮੱਝ ਕਹਿੰਦੇ ਨੇ ਜੀ, ਉਹ ਖਾਂਗੜੀ ਮੱਝ ਜਿਹੜੀ ਦੁੱਧ ਨਾ ਦਿੰਦੀ ਏ, ਡੇਅਰੀ ਫਾਰਮ ਨੂੰ ਉਹਦਾ ਬੜਾ ਨੁਕਸਾਨ ਹੁੰਦਾ ਹੈ ਜੀ। ਉਹ ਵੇਚ ਛੱਡਣੀ ਚਾਹੀਦੀ ਹੈ ਜਾਂ ਕੀ ਕਰਨਾ ਚਾਹੀਦਾ ਉਹਦਾ? ਜੇ ਤੇ ਉਹ ਸੂਣ ਵਾਲੀ ਹੋ ਜਾਵੇ ਤੇ ਨਹੀਂ ਵੇਚਣੀ ਚਾਹੀਦੀ। ਫਿਰ ਨਹੀਂ ਵੇਚਣੀ ਚਾਹੀਦੀ। ਅਗਰ ਉਹ ਇੱਕ ਵਾਰੀ ਜਾਂ 2 ਵਾਰੀ 4 ਵਾਰੀ ਨਵੇਂ ਦੁੱਧ ਹੁੰਦੀ ਹੈ ਤੇ ਨਹੀਂ ਨਿਕਲਦੀ, ਫਿਰ ਉਹਨੂੰ ਵੇਚ ਦਿਓ। ਮੱਝ ਕਿਹੜੇ ਸੂਬੇ 'ਚ ਜ਼ਿਆਦਾ ਦੁੱਧ ਦਿੰਦੀ ਹੈ? ਸਭ ਤੋਂ ਜ਼ਿਆਦਾ ਦੁੱਧ ਦੂਸਰਾ ਤੇ ਤੀਸਰਾ ਸੂਬਾ। ਦੂਸਰੇ ਇਸ ਤੋਂ ਮਗਰੋਂ ਤੁਸੀਂ ਜੋ ਮਰਜ਼ੀ ਕਰ ਲਓ, ਮੱਝ ਦੁੱਧ ਵਧੇਗੀ ਨਹੀਂ ਘਟੇਗੀ। ਅਗਰ ਕਿਸੇ ਨੇ ਮੱਝ ਖਰੀਦਣੀ ਹੈ ਤੇ ਕਿਹੜੇ ਸੂਬੇ ਵਾਲੀ ਖਰੀਦੇ ਹੋ? ਪਹਿਲੇ ਸੂਬੇ ਵਾਲੀ ਖਰੀਦੇ, ਸਹੀ। ਉਹਦੇ 3 ਸੂਬੇ ਪੀਵੇ, ਉਸ ਤੋਂ ਬਾਅਦ ਉਹ ਕਰਾਚੀ ਆਏ ਨੂੰ ਵੇਚੇ,
ਕਰਾਚੀ ਵਾਲੇ ਕੀ ਕਰਦੇ ਨੇ ਇਸ ਵਿੱਚ? ਉਹ ਲੈ ਜਾਂਦੇ ਨੇ ਉੱਥੇ ਜਾ ਕੇ ਵੱਡਾ ਬਹੁਤਾ ਪਾਉਂਦੇ ਨੇ, ਆਬੋ ਹਵਾ ਦਾ ਫਰਕ, ਉੱਥੇ ਟੀਕੇ ਲਾਉਂਦੇ ਨੇ, ਸਹੀ ਦੁੱਧ ਜ਼ਿਆਦਾ ਬਣਦਾ ਉਹਨਾਂ ਟੀਕਿਆਂ ਇਹ ਨਾਲ। ਸੁਣਿਆ ਕਿ ਪਾਣੀ ਵੀ ਪਾ ਲੈਂਦੇ ਨੇ ਵਿੱਚ। ਕਰਾਚੀ ਵਾਲੇ ਜਿਹੜੀਆਂ ਮੱਝਾਂ ਖੜਦੇ ਨੇ ਕੱਟੇ ਛੱਟੇ ਉਹ ਇੱਥੇ ਹੀ ਛੱਡ ਜਾਂਦੇ ਨੇ, ਉਹ ਨਹੀਂ ਲੈ ਕੇ ਜਾਂਦੇ, ਇਹਦੀ ਕੀ ਵਜ੍ਹਾ ਹੁੰਦੀ ਹੈ? ਉਹਨਾਂ ਨੂੰ ਜੀ ਦੁੱਧ ਦੀ ਜ਼ਰੂਰਤ ਹੈ, ਨਾ ਉਹਨਾਂ ਨੂੰ ਕੱਟਿਆਂ ਦੀ ਜ਼ਰੂਰਤ ਹੈ, ਨਾ ਕੱਟੀਆਂ ਦੀ ਜ਼ਰੂਰਤ ਹੈ। ਸਹੀ। ਬਜ਼ੁਰਗੋ ਇਹਦੀਆਂ ਬਿਮਾਰੀਆਂ ਕੁਝ ਦੱਸਿਓ ਮੱਝਾਂ ਦੀਆਂ ਕਿ ਕਿਹੜੀਆਂ ਬਿਮਾਰੀਆਂ ਨੇ, ਤੇ ਉਹਨਾਂ ਦੇ ਇਲਾਜ ਵੀ ਦੇਸੀ ਟੋਟਕੇ ਤੇ ਤੁਹਾਨੂੰ ਬਹੁਤੇ ਪਤਾ ਹੋਣੇ ਨੇ ਕਿਉਂਕਿ ਤਜਰਬਾਕਾਰ। ਅਸੀਂ ਤੇ ਵੈਸੇ ਦੂਸਰੇ ਚੌਥੇ ਦਿਨ ਨਾਲ ਲੂਣ ਜਵੈਣ ਦੇ ਵਿੱਚ ਕਾਲੀ ਜੀਰੀ ਥੋੜੀ ਜਿਹੀ ਮਿਲਾਈ ਹੁੰਦੀ ਹੈ, ਤੁਮਾ ਸ਼ਮਾ ਉਹ ਬਣਾਇਆ ਹੁੰਦਾ ਲੂਣ। 7ਵੇਂ ਦਿਨ 8ਵੇਂ ਦਿਨ ਇੱਕ ਮੁੱਠ ਦੇਣੀ, ਉਹਦੇ ਨਾਲ ਬਾਦੀ ਵੀ ਖਤਮ ਰਹਿੰਦੀ ਹੈ। ਵੈਸੇ ਕਦੇ ਕਦੇ ਕਈਆਂ ਮੱਝਾਂ ਨੂੰ ਜ਼ਿਆਦਾ ਦੁੱਧ ਹੋਣ ਤੇ ਨਾਤੇ ਤੇ ਅੱਗਾ ਪਿੱਛਾ ਚੁਆਈ ਤੇ ਹੋ ਜਾਵੇ, ਫਿਰ ਵੀ ਹੋ ਜਾਂਦਾ ਇਹ ਕੰਮ। ਉਹਨੂੰ ਆਂਦੇ ਨੇ ਅੰਗਰੇਜ਼ੀ 'ਚ ਸਾੜੂ ਪੈ ਗਿਆ, ਉਹਦਾ ਡਾਕਟਰੀ ਇਲਾਜ ਵੀ ਹੈ। ਲੇਕਿਨ ਅਸੀਂ ਤੇ ਇਹ ਕਰਨੇ ਵੀ ਲਾਲ ਮਿਰਚਾਂ ਪੀ ਲੈਣੀਆਂ ਨੇ ਜਾਂ ਪੀਸੀਆਂ ਹੋਈਆਂ ਲੈ ਆਉਣੀਆਂ ਨੇ। ਉਹ ਇੱਕ ਜਿਹੜੀ ਚਾਹ ਵਾਲੀ ਪਿਆਲੀ ਹੈ ਨਾ, ਇਹ ਮਿਰਚਾਂ ਪਾਣੀਆਂ ਨੇ, ਕਿਲੋ ਇੱਕ ਦਹੀਂ ਪਾਣਾ। ਅਗਰ ਦਹੀਂ ਨਹੀਂ ਮਿਲਦਾ ਤੇ ਲੱਸੀ ਮਿਲ ਜਾਵੇ, ਉਹਦੇ ਵਿੱਚ ਮਿਲਾ ਕੇ ਇੰਜ ਮਿਲਾ ਲੈਣੇ ਨੇ, ਉਹਦੀ ਢੇਲੀ ਨਹੀਂ ਰਹਿਣੀ ਚਾਹੀਦੀ। ਉਹ ਅਸੀਂ ਦੇਣੀਆਂ ਨੇ ਸ਼ਾਮ ਨੂੰ। ਸਵੇਰ ਨੂੰ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਮੱਝ 'ਚ। ਮੂੰਹ ਖੋਰ ਦੀ ਕੀ ਨਿਸ਼ਾਨੀ ਹੈ ਤੇ ਉਹਦਾ ਇਲਾਜ ਕੀ ਹੈ? ਮੇਰੀ ਤੇ ਜੀ ਇੱਕ ਝੋਟੀ ਐਤਕੀ ਮਰੀ ਹੈ, ਉਹਦੇ ਵਾਸਤੇ ਡਾਕਟਰੀ ਇਲਾਜ ਦੇ ਮੈਂ ਟੀਕੇ ਲਵਾਏ ਨੇ ਤੇ ਉਹ ਮਰ ਗਈ ਹੈ। ਵੈਸੇ ਸਾਡੇ ਏਰੀਏ 'ਚ ਇੱਕ ਬੰਦਾ ਦਮ ਕਰਦਾ, ਮੱਝ ਡਿੱਗੀ ਹੋਵੇ ਗਲ ਘੋਟੂ ਨਾਲ, ਉਹ ਉੱਤੇ ਆ ਜੇ ਆਣ ਕੇ ਦਮ ਕਰੇ, ਇਨਸ਼ਾਅੱਲਾ ਮੱਝ ਉੱਠ ਕੇ ਬਹਿ ਜਾਏ। ਮੈਂ ਮੂੰਹ ਖੋਰ ਦੇ ਬਾਰੇ 'ਚ ਪੁੱਛਿਆ ਸੀ ਕਿ ਮੂੰਹ ਖੋਰ ਬਿਮਾਰੀ ਜਿਹੜੀ ਹੁੰਦੀ ਹੈ ਇਹਦੀ ਕੀ ਨਿਸ਼ਾਨੀ ਹੁੰਦੀ ਹੈ? ਇਹਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਤਾਂ ਡੰਗਰ ਪੈਰਾਂ ਤੋਂ ਰਹਿ ਜਾਂਦਾ। ਅੱਛਾ। ਉਹਦੇ ਪੈਰਾਂ 'ਚ ਨਹੀਂ, ਇਹਨਾਂ ਜਗ੍ਹਾ ਤੇ ਗਿੱਟਿਆਂ ਦੇ ਥੱਲੇ ਤੇ ਖੂਰੀ ਦੇ ਸੈਂਟਰ 'ਚ ਪੋਲਾ ਥਾਂ ਹੋ ਜਾਂਦਾ, ਉੱਥੇ ਇੱਕ ਰੇਸ਼ਾ ਨਮਾਜ਼ ਦੀ ਚੀਜ਼ ਕੋ ਅੱਲਾ ਪਾਕ ਨੂੰ ਪੈਦਾ ਹੋ ਜਾਂਦੀ। ਉਹਦੇ ਜਿਹੜੇ ਦੇਸੀ ਟੋਟਕੇ ਨੇ ਉਹ ਤੇ ਅਸੀਂ ਇਹ ਕਰਨੇ ਆ ਵੀ ਕਿੱਕਰਾਂ ਦੇ ਸੱਕ ਗਰਮ ਕਰਕੇ ਉਹਦਾ ਪਾਣੀ ਪਾਉਂਦੇ ਆ, ਉਹ ਖੁਸ਼ਕ ਹੋ ਜਾਂਦੇ। ਸਹੀ। ਅਗਰ ਇਸ ਤੋਂ ਹਟ ਕੇ ਮੱਛੀ ਦਾ ਪਾਣੀ ਜਿਹੜਾ ਉਹ ਮੱਝ ਨੂੰ ਪਿਆ ਦਈਦਾ, ਉਹਦੇ ਮੂੰਹ 'ਚ ਮੱਛੀ ਦੇ ਕੇ, ਜਿਵੇਂ ਆਮ ਬੰਦਿਆਂ ਖਾਣ ਵਾਲਾ ਪਕਾਉਂਦੇ ਨੇ ਨਾਲ, ਉਹ ਮਰੀ ਦਾ 2-3 ਦਿਨ ਤੇ ਉਹ ਇਨਸ਼ਾਅੱਲਾ ਅੱਲਾਹ ਪਾਕ ਮਿਹਰਬਾਨੀ ਕਰ। ਬਜ਼ੁਰਗ ਮੱਛੀ ਵਾਲਾ ਨਹੀਂ ਸਮਝ ਆਏ ਕਿਵੇਂ? ਜਿਹੜੀ ਮੱਛੀ ਦਰਿਆਈ ਅਸੀਂ ਖਾਂਦੇ ਆ ਟਾਫੀਆਂ ਨਹੀਂ। ਹਾਂਜੀ ਹਾਂਜੀ, ਇਹ ਮੱਛਲੀ। ਹਾਂਜੀ। ਮੱਛੀ ਉਹ ਵੀ ਮੱਛੀ ਹੈ, ਉਹ ਵੀ ਮੱਛੀ ਹੈ। ਉਹ ਰੁਪਈਏ ਦੀ ਮਿਲ ਜਾਂਦੀ ਹੈ, ਉਹ ਤਕਰੀਬਨ 300 ਦੀ ਕਿਲੋ ਮਿਲਦੀ ਹੈ। ਹਾਂ ਬਿਲਕੁਲ। ਉਹਨੂੰ ਸਾਫ਼ ਕਰਨਾ ਜਿਵੇਂ ਬੰਦੇ ਦੇ ਖਾਣ ਪਕਾਉਣ ਵਾਲਾ ਬੰਦੋਬਸਤ ਕਰੀ। ਬਿਲਕੁਲ ਇਸੇ ਤਰ੍ਹਾਂ ਹਰ ਚੀਜ਼ ਪਾ ਕੇ ਉਹਨੂੰ ਪਕਾਉਣਾ। ਪਕਾਉਣ ਤੋਂ ਬਾਅਦ ਉਹਨੂੰ ਹੱਥ ਨਾਲ ਨਿਚੋੜ ਲੈਣਾ, ਉਹਦੇ ਕੰਡੇ ਬਾਹਰ ਕੱਢ ਦੇਣੇ, ਜਿਹੜਾ ਉਹ ਸਾਲਣ ਬਚ ਜਾਏ ਛੋਰਾ ਜਿਹਾ, ਬਿਲਕੁਲ ਉਹ ਮੁੱਠ ਭਰੀ ਤੇ ਮੱਝ ਨੂੰ ਦੇਤੀ, ਨਾਲੇ ਉਹਦੀ ਵਰਾਚੇ ਮਾਰੀ। ਸਹੀ। 3 ਡੰਗ ਕਰੋ ਔਰ ਇਨਸ਼ਾਅੱਲਾ 100 ਚੋਂ 90% ਤੁਹਾਡੀ ਮੱਝ ਜਿਹੜੀ ਉਹ ਠੀਕ ਹੋ ਜਾਏ। ਸਹੀ। ਅਗਰ ਇਹ ਵੀ ਨਹੀਂ, ਮੌਸਮ ਨਾਲ ਕਮਾਦ ਮੂੰਹ ਖੁਰਾਇਆ, ਤੁਸੀਂ ਕਮਾਦ ਕੁਤਰ ਕੇ ਉਹਦੇ ਅੱਗੇ ਪਾਓ, ਉਹਦੇ ਜਿਹੜੇ ਪੱਥਰ ਹੁੰਦੇ ਨੇ ਇਹਨਾਂ ਦੇ ਨਾਲ ਬਰੀਕ ਬਰੀਕ ਪੱਚ ਹੁੰਦੇ ਨੇ, ਮੂੰਹ 'ਚ ਛਾਲੇ ਬਣੇ ਹੁੰਦੇ ਨੇ, ਉਹ ਜਦੋਂ ਲੱਗਦੇ ਨੇ ਛਾਲਿਆਂ ਦਾ ਪਾਣੀ ਵਿੱਚ ਵਗ ਜਾਂਦਾ, ਛਾਲਾ ਬਹਿ ਜਾਂਦਾ। ਦੂਸਰੇ ਦਿਨ ਇਨਸ਼ਾਅੱਲਾ ਤੁਹਾਡੀ ਮੱਝ ਜਿਹੜੀ ਨੂੰ ਪੱਟੇ ਖਾਣ। ਤੂੜੀ ਨਾਲ ਇਸਤੇਮਾਲ ਕਰੋ। ਅੱਛਾ ਚਾਚੂ, ਤੂੜੀ ਉਹਨਾਂ ਜ਼ਖਮਾਂ 'ਚ ਵੜ ਜਾਂਦੀ ਹੈ। ਅੱਛਾ ਚਾਚੂ ਜੀ, ਇਹ ਦੱਸਿਓ ਕਿ ਇੱਕ ਮੱਝਾਂ ਨੂੰ ਬਿਮਾਰੀ ਆਉਂਦੀ ਪਿੱਛਾ ਮਾਰਨ ਲੱਗ ਪੈਂਦੀਆਂ ਨੇ ਅਮੂਮਨ ਜਦੋਂ ਸੁਆ ਹੁੰਦਾ, ਉਹਦਾ ਕੋਈ ਦੇਸੀ ਇਲਾਜ ਦੱਸਿਓ। ਉਹਦਾ ਦੇਸੀ ਇਲਾਜ ਇਹ ਵੇ ਕਿ ਕਈ ਮੱਝਾਂ ਬਾਦੀ ਤੋਂ ਮਾਰਦੀਆਂ ਨੇ ਪਿੱਛਾ, ਕਈ ਗਰਮੀ ਤੋਂ ਮਾਰਦੀਆਂ ਨੇ। ਜਿਹੜੀਆਂ ਮੱਝਾਂ ਬਾਦੀ ਤੋਂ ਮਾਰਦੀਆਂ ਨੇ ਉਹਨਾਂ ਨੂੰ ਤੁਸੀਂ ਸ਼ਾਮ ਨੂੰ 2 ਪੇਸੀਆਂ ਗੁੜ ਦੇ ਦਿਓ ਤੇ ਸਵੇਰ ਤੁਹਾਨੂੰ 10 ਦੇਣਗੀਆਂ। ਉਹਨਾਂ ਨੂੰ ਤੇ 8ਵੀਂ ਦੇਣੀ 7ਵੀਂ ਦੇਣੀ, ਚੌਥੇ ਦਿਨ 1 ਪੇਸੀ ਗੁੜ ਦੀ ਤੇ ਜੋ ਪਿੱਛਾ ਚੜ ਜਾਂਦੀ ਹੈ। ਮਗਰ ਜਿਹੜੀਆਂ ਗਰਮੀ ਨਾਲ ਪਿੱਛਾ ਮਾਰਦੀਆਂ ਨੇ ਉਹਨਾਂ ਵਾਸਤੇ ਕਈ ਚੀਜ਼ਾਂ ਜਿਹੜੀਆਂ ਠੰਡੀਆਂ ਦੇਣੀਆਂ ਚਾਹੀਦੀਆਂ ਨੇ। ਕੇਲੇ ਦਾ ਪਾਣੀ ਦੇ ਦਿਓ। ਕੋਈ ਡਾਕਟਰੀ ਇਲਾਜ ਵੀ ਤੁਸੀਂ ਕਰ ਸਕਦੇ ਹੋ। ਅਗਰ ਡਾਕਟਰੀ ਇਲਾਜ ਕਰਦੇ ਹੋ ਤੇ ਤੁਹਾਡੀ ਅਗਲੇ ਸੂਬੇ ਮੱਝ ਦੁੱਧ ਨਹੀਂ ਦੇਵੇਗੀ। ਇੱਕ ਐਡ ਕਰਨਾ ਚਾਹੂੰਗਾ, ਇੱਕ ਦਫਾ ਇੱਕ ਬੰਦੇ ਨੇ ਦੱਸਿਆ ਕੇਲੇ ਦੇ ਪਾਣੀ 'ਚ ਨਾ ਉਹ ਰਾਤ ਨੂੰ ਜਿਹੜਾ ਠੰਡੀ ਰਾਤ ਦੇ ਵਿੱਚ ਕੇਲੇ ਨੂੰ ਰੱਖ ਕੇ ਉਹਦੇ ਵਿੱਚ ਬਨਾਰਸੀ ਰਾਈ ਮਿਕਸ ਕਰਕੇ ਦੇਵੋ ਤੇ ਉਹਦੇ ਨਾਲ ਵੀ ਉਹ ਪਿੱਛਾ ਠੀਕ ਹੋ ਜਾਂਦਾ। ਇੱਕ ਚੀਜ਼ ਹੋਰ ਦੱਸੋ ਕਿ ਜਿਹੜੀ ਸੌਣ ਵਾਲੀ ਮੱਝ ਹੈ ਉਹਨੂੰ ਕੀ ਦੇਣਾ ਚਾਹੀਦਾ ਹੈ ਤੇ ਦੁੱਧ ਵਧਾਉਣ ਵਾਸਤੇ ਜਾਨਵਰ ਨੂੰ ਕੀ ਦੇਣਾ ਚਾਹੀਦਾ? ਸਪੈਸ਼ਲ ਨੁਸਖਾ ਕੋਈ? ਦੁੱਧ ਵਧਾਉਣ ਵਾਸਤੇ ਤੇ ਕਈ ਨਸਲਾਂ ਨੇ। ਜਿਹੜੀਆਂ ਨਸਲਾਂ ਹਨ ਨਾ ਉਹਨਾਂ ਨੂੰ ਤਾਂ ਤੁਸੀਂ ਖਾਣਾ ਵਾਣਾ ਪਾਓਗੇ ਤੇ ਦੁੱਧ ਦੇਣਗੇ।
ਜਿਹੜੀਆਂ ਬਗੈਰ ਨਸਲਾਂ ਨੇ ਜਿਨ੍ਹਾਂ ਤੇ ਇੰਨਾ ਚਮੜਾ ਚੜਿਆ ਹੁੰਦਾ ਉਹਨਾਂ ਨੂੰ ਦੇਣੀ ਪੈਂਦੀ ਖੋਰਨ ਵਾਸਤੇ ਚੀਜ਼ ਚੀਨੀ, ਠੀਕ ਹੈ, ਨਿੰਬੂ, ਠੀਕ ਹੈ, ਜਿਹੜੀ ਮੱਝ ਦੀ ਨਿਸਤ ਗਾਲ ਦੇਵੇ ਤਾਂ ਉਹ ਦੁੱਧ ਉਤਰਦੀਆਂ ਨੇ। ਠੀਕ ਹੋ ਗਿਆ। ਮਗਰ ਕੁਝ ਨਸਲਾਂ ਨੇ ਉਹ ਜਦੋਂ ਸੂ ਪੈਣਗੀਆਂ ਉਹ ਦੁੱਧ ਦੇਣਗੀਆਂ, ਤੁਸੀਂ ਜੋ ਮਰਜ਼ੀ ਕਰੀ ਜੋ ਉਹਨਾਂ ਧੱਕੇ ਨਾਲ ਮਾੜਿਆ ਹੁੰਦੀਆਂ, ਠੀਕ ਹੈ, ਉਹ ਨਸਲੀ ਦੁੱਧ ਦੇਣਾ ਹੀ। ਸਹੀ ਹੈ। ਕਈ ਨੇ ਉਹਨਾਂ 4 ਕਿਲੋ ਤੂੰ ਉੱਤੇ ਕਸਮ ਖਾਦੀ ਹੈ ਭਾਵੇਂ 10 ਕਿਲੋ ਵੰਡਾ ਪਾ ਦਿਓ ਨਹੀਂ ਜਾਣਾ, ਨਹੀਂ ਜਾਣਾ। ਠੀਕ ਹੈ, ਤੇ ਕਈ 10 11 12 ਕਿਲੋ ਤੱਕ ਇੱਕ ਟਾਈਮ ਦਾ ਮੱਝਾਂ ਤੁਰ ਜਾਂਦੀ। ਸੂਣ ਵਾਲੀ ਮੱਝ ਦਾ ਕੀ ਦੇਣਾ ਚਾਹੀਦਾ ਕਿ ਅੱਛਾ ਉਹ ਡਿਲੀਵਰੀ ਹੋ ਜਾਏ? ਉਹਨੂੰ ਦੇਸੀ ਘਿਓ ਦੇ ਸਭ ਤੋਂ ਪਹਿਲਾਂ ਕਿਸ ਮਿਕਦਾਰ 'ਚ? ਇੱਕ ਪਾਈਆ ਕਿੰਨੇ ਦਿਨ? ਤਕਰੀਬਨ 2 ਕਿਲੋ ਦੇਣਾ ਚਾਹੀਦਾ ਮੱਝ ਨੂੰ, ਠੀਕ ਹੈ। ਅਗਰ ਮਿਲ ਜਾਵੇ, ਲੇਕਿਨ ਹੁਣ ਤੇ ਬੰਦਿਆਂ ਨੂੰ ਨਹੀਂ ਮਿਲਦਾ। ਅੱਛਾ, ਅਸੀਂ ਤੁਹਾਡੇ ਕੋਲ ਕਾਫੀ ਸਾਰੀ ਗੱਲਾਂ ਪੁੱਛੀਆਂ ਨੇ, ਤੁਸੀਂ ਸਾਨੂੰ ਇਸ ਤੋਂ ਪਹਿਲੇ ਬੇਸ਼ੁਮਾਰ ਗੱਲਾਂ ਆਪਣੇ ਕੋਲੋਂ ਦੱਸ ਰਹੇ ਹੋ। ਕੋਈ ਐਸੀ ਗੱਲ ਦੱਸੋ ਜਿਹੜੀ ਨਾਜ਼ਰੀਨ ਦੇ ਕੰਮ ਆਈ ਹੈ, ਆਪਣੇ ਕੋਲੋਂ ਦੱਸਿਓ ਪੁੱਛਣ ਬਗੈਰ, ਆਪਣੀ ਮਰਜ਼ੀ ਦੀ। ਕੰਮ ਤਾਂ ਹੀ ਆ ਸਕਦਾ ਜੇ ਅੱਲਾ ਦੀ ਜ਼ਾਤ ਮਿਹਰਬਾਨ ਹੋਵੇ। ਸਭ ਤੋਂ ਵੱਡਾ ਨੁਕਸਾ ਇਹ ਕਿ ਅੱਲਾ ਦੀ ਜ਼ਾਤ ਮਿਹਰਬਾਨ ਹੋਵੇ। ਤੁਸੀਂ ਮੱਝ ਲੈਂਦੇ ਹੋ, ਅੱਲਾ ਪਾਕ ਕਰਮ ਕਰ ਦੇਵੇ, ਤੁਹਾਡੀ 50,000 ਦੀ ਕੱਟੀ ਉਹਦੇ ਮਗਰ, ਠੀਕ ਹੈ, ਤੇ ਅਗਲੇ ਸੂਬੇ ਹਰਬਰੇ ਵਾਲੀ ਮੱਝ ਹੋਵੇ, ਠੀਕ ਹੈ, ਉਹ ਤੀਸਰੇ ਮਹੀਨੇ ਲੱਗ ਜਾਏ ਜਾਂ 2 ਮਹੀਨੇ ਬਾਅਦ ਲੱਗ ਜਾਏ ਜਾਂ ਸਵਾ ਮਹੀਨੇ ਬਾਅਦ ਲੱਗ ਜਾਏ, ਠੀਕ ਹੈ, ਤੇ ਤੁਹਾਡੇ ਅੱਲਾ ਪਾਕ ਦੀ ਰਹਿਮਤ। ਕਈ ਨੇ ਉਹ 1 ਸਾਲ ਤੋਂ ਬਾਅਦ ਜਾ ਕੇ ਸੁੱਕ ਕੇ ਲੱਗਦੀਆਂ ਨੇ, ਸਾਲ ਉਹਨਾਂ ਦੁੱਧ ਦਿੱਤੀ ਜਾਣਾ, ਸਹੀ ਹੈ। ਜਦੋਂ ਸੁੱਕ ਜਾਣਾ ਉਸ ਤੋਂ ਬਾਅਦ ਉਹਨਾਂ ਲੱਗਣਾ ਨਵੇਂ ਦੁੱਧ ਹੋਣਾ, ਤੇ ਫਿਰ ਉਹਨਾਂ ਸੋਣਾ ਉਹ ਮਹਿੰਗੀਆਂ ਪੈਂਦੀਆਂ। ਠੀਕ ਹੈ, ਅੱਛਾ ਹੈ ਉਹ ਵੀ ਨਸਲਾਂ ਨੇ ਠੀਕ ਹੈ। ਚੰਗੀਆਂ। ਬਜ਼ੁਰਗੋ ਇਹ ਦੱਸਿਓ, ਜਿਹੜੀ ਮਈ ਦਲੱਤੇ ਮਾਰਦੀ ਹੈ, ਸਹੀ ਨਹੀਂ ਮਿਲਦੀ ਆਰਾਮ ਨਾਲ, ਉਹਦਾ ਕੀ ਇਲਾਜ ਹੈ? ਜਿਹੜੇ ਮਈਆਂ ਆਪਸੇ ਭਿੜਦੀਆਂ ਨੇ, ਲੜਦੀਆਂ ਨੇ, ਉਹਦਾ ਕੀ ਇਲਾਜ ਹੈ? ਲੜਦੀ ਤੇ ਜੋ ਚੀਜ਼ ਬੰਦੇ ਵੀ ਭੁੱਖ ਮਰਦੇ ਹੀ ਲੜਦੇ। ਅੱਛਾ, ਇੱਕ ਗੱਲ ਪੱਠੇ ਰਜਵੇਂ ਹੋਣਗੇ ਪਰਾਂ ਹੋ ਕੇ ਆਪੇ ਬਹਿ ਰਹੇ। ਇੱਕ ਗੱਲ ਆਈ ਹੈ, ਛੋਟਾ ਜਿਹਾ ਕੁਐਸਚਨ ਨਾਲ ਦੇ ਬਜ਼ੁਰਗਾਂ ਕੋਲ ਆਇਆ ਹੈ। ਇਹ ਪੁੱਛ ਰਹੇ ਨੇ ਕਿ ਜਿਹੜਾ ਘਿਓ ਦੇਣਾ ਹੈ ਉਹ ਦੁੱਧ 'ਚ ਦੇਣਾ ਹੈ, ਦਹੀਂ 'ਚ ਦੇਣਾ ਹੈ, ਲੱਸੀ 'ਚ ਦੇਣਾ ਹੈ, ਔਰ ਦੇਸੀ ਘਿਓ ਦੇਣਾ ਹੈ ਜਾਂ ਵਲੈਤੀ ਘਿਓ ਦੇਣਾ ਹੈ? ਇਹ ਵੀ ਫਰਕ ਬਾਜ਼ਾ ਕਰ ਦਿਓ। ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਤੁਸੀਂ 1 ਕਿਲੋ ਦਿੰਦੇ ਹੋ ਨਾ ਵਲੈਤੀ, ਤੇ 1 ਪਾਈਆ ਦੇ ਦਿੰਦੇ ਹੋ ਦੇਸੀ। ਉਹ ਪਾਈਆ ਦੇਸੀ ਦੱਸੇਗਾ, ਕਿਲੋ ਨਹੀਂ ਦੱਸੇਗਾ। ਯਾਨੀ ਦੇਸੀ ਦੇਣਾ ਹੈ, ਕਿਲੋ ਦਾ ਅਸਰ ਨਹੀਂ ਇੰਨਾ ਹੁੰਦਾ, ਠੀਕ ਹੈ, ਜਿੰਨਾ ਪਾਈਆ ਹੁੰਦਾ। ਅਗਰ ਤੁਸੀਂ ਕੱਖ ਵੀ ਨਾ ਕਰੋ, ਠੀਕ ਹੈ। 1 ਕਿਲੋ ਜਿਹੜਾ ਹੈ ਦੇਸੀ ਘਿਓ, ਹਾਂ, ਇਹ 8 ਦਿਨਾਂ ਚ ਮੱਝ ਦੇ ਅੰਦਰ ਦੁੱਧ ਦੇ ਵਿੱਚ ਪਾ ਕੇ ਤੁਸੀਂ ਦੁੱਧ ਗਰਮ ਕਰੋ, ਹਾਂ, ਉਹਦੇ ਚ 1 ਪਾਈਆ ਚੀਨੀ ਪਾਓ, ਠੀਕ ਹੈ, ਉਹ ਜਦੋਂ ਬਾਲੇ ਖਾਣ ਲੱਗ ਪਏ ਉਹਦੇ ਚ ਪਾਈਆ ਘਿਓ ਪਾ ਦਿਓ। ਠੀਕ ਹੈ, 2 ਕਿਲੋ ਦੁੱਧ ਹੋਣਾ ਚਾਹੀਦਾ। ਠੀਕ ਹੈ, ਉਹਨੂੰ ਹਿਲਾ ਲਓ, ਠੀਕ ਹੈ, ਜਦੋਂ 2-4 ਬਾਲੇ ਖਾ ਜਾਵੇ ਉਹਨੂੰ ਥੱਲੇ ਲਾ ਲਓ। ਠੀਕ ਹੈ, ਥੱਲੇ ਲਾ ਕੇ ਜਦੋਂ ਮਾੜਾ ਕੋਸਾ ਹੋਵੇ, ਜਿਵੇਂ ਬੰਦਾ ਚਾਹ ਪੀਂਦਾ, ਠੀਕ ਹੈ, ਉਸ ਮੱਝ ਨੂੰ ਦੇ ਦਿਓ, ਅਗਲਾ ਦਿਨ ਨਾ ਦਿਓ। ਅੱਛਾ ਬਜ਼ੁਰਗੋ, ਇੱਕ ਹੋਰ ਐਡ ਕਰੋ ਕਿ ਜਿਹੜੀਆਂ ਮੱਝਾਂ ਅਕਸਰ ਡੇਅਰੀ ਫਾਰਮ ਤੇ ਵੇਖਿਆ ਕਿ ਉਹਨਾਂ ਦੇ ਜਿਹੜੇ ਬੱਛੜੇ ਹੁੰਦੇ ਨੇ ਉਹ ਸੇਲ ਕਰ ਛੱਡਦੇ ਨੇ। ਤੁਹਾਡੇ ਨਜ਼ਦੀਕ ਡੇਅਰੀ ਫਾਰਮ ਵਿੱਚ ਕੱਟੇ ਤੇ ਕੱਟਣੀਆਂ ਪਾਲਣੀਆਂ ਚੀਜ਼ਾਂ ਜਾਂ ਵੇਚਣੀਆਂ ਚੀਜ਼ਾਂ ਨੇ? ਮੇਰੇ ਖਿਆਲ ਨਾਲ ਤਾਂ ਅਗਰ ਪਾਲਣ ਤੇ ਮੁਨਾਫਾ ਜ਼ਿਆਦਾ, ਪਾਲਣ ਵੀ ਜ਼ਿਆਦਾ ਮੁਨਾਫਾ ਹੈ। ਸਰ ਜੀ, ਨੀਲੀ ਰਾਵੀ ਜਿਹੜਾ ਇਹਦਾ ਤੇ ਨਾਮ ਬੜਾ ਸੁਣਦੇ ਰਹੇ ਆ, ਇਸ ਤੋਂ ਇਲਾਵਾ ਕੋਈ ਮਸ਼ਹੂਰ ਮੱਝਾਂ ਦੀਆਂ ਨਸਲਾਂ ਹੈ ਨੇ ਕਿ ਨਾਮ ਜ਼ਿਹਨ 'ਚ? ਵੇਖੋ ਜੀ, ਨੀਲੀ ਦੀ ਮੱਝ ਜਿਹੜੀ ਏ ਇਹਦੀ ਚਮੜੀ ਬਰੀਕ ਹੈ ਤੇ ਕੁੰਡੀ ਹੈ, ਲੇਕਿਨ ਉਹ ਨੀਲੀ ਖਤਮ ਹੋ ਚੁੱਕੀ ਜਿਹੜੀ ਕਦੇ ਹੁੰਦੀ ਸੀ। ਰਾਵੀ ਜਿਹੜੀ ਏ ਇਹਦੀ ਮੱਝ ਦਾ ਸਿੰਗ ਖੁੱਲਾ ਹੋਏਗਾ, ਪੂਛਲ ਮੋਟਾ ਹੋਏਗਾ, ਤਗੜੀ ਰਹੇਗੀ, ਦੁੱਧ ਗੁਜ਼ਾਰੇ ਜੋਗਾ ਦੇ। ਇਹ ਨਹੀਂ ਜਿੰਨਾ ਦੁੱਧ ਉਹ ਦਿੰਦੀਆਂ ਨੇ ਉਹਨਾਂ ਇਹ ਨਹੀਂ ਦਿੰਦੀ। ਤੇ ਸਰ ਜੀ, ਬਹੁਤ ਜ਼ਿਆਦਾ ਤੁਸੀਂ ਮਾਲੂਮਾਤ ਦਿੱਤੀ ਤੇ ਬਹੁਤ ਸਾਰੇ ਸਾਡੇ ਨੌਜਵਾਨ ਨਸਲ ਜਿਹੜੀ ਹੈ ਉਹ ਇਸ ਪਾਸੇ ਆਉਣਾ ਚਾਹੁੰਦੀ ਹੈ, ਖੁਸੂਸਨ ਜਿਹੜੇ ਬਾਹਰੋਂ ਆਉਂਦੇ ਨੇ ਉਹ ਵੀ ਆ ਕੇ ਫਾਰਮਿੰਗ ਸ਼ੁਰੂ ਕਰਦੇ ਨੇ। ਲੇਕਿਨ ਤੁਹਾਡੇ ਇਸ ਬਾਰੇ 'ਚ ਕੀ ਰਾਏ ਹੈ ਕਿ ਇਹ ਇੱਕ ਮੁਨਾਫਾ ਬਖਸ਼ ਕਾਰੋਬਾਰ ਹੋ ਸਕਦਾ ਹੈ ਕਿ ਜਾਂ ਬਸ ਇੱਕ ਟ੍ਰੈਂਡ ਚੱਲ ਗਿਆ ਹੋਇਆ ਹੈ? ਇਸ ਬਾਰੇ ਥੋੜੇ ਕਮੈਂਟ ਦਿਓ। ਜਿਵੇਂ ਦੱਸਣ ਦੇ ਸੋ ਕਿ ਬਾਮਨ ਲੋਕ ਜਿਹੜੇ ਸਾਂ ਉਹ ਇਸ ਪਾਸੇ ਤਵੱਜੋ ਨਹੀਂ ਸਾਂ ਦਿੰਦੇ ਜਿਸ ਪਾਸੇ ਅਸੀਂ ਜੱਟ ਲੋਕ ਤਵੱਜੋ ਦੇਣ ਦੇ ਹਾਂ। ਇਸ ਬਾਰੇ 'ਚ ਤਵੱਜੋ ਇਜ਼ਹਾਰ ਖਿਆਲ ਕਰਿਓ। ਵੇਖੋ ਜੀ, ਉਹਨਾਂ ਲੋਕਾਂ ਦਾ ਅੱਲਾ ਤੇ ਅੱਲਾ ਦੇ ਰਸੂਲ ਤੇ ਕੁਝ ਈਮਾਨ ਕਮਜ਼ੋਰ ਸੀ। ਅੱਲਾ ਨੂੰ ਤੇ ਹਰ ਸ਼ੈ ਹੀ ਮੰਨਦੀ ਹੈ ਨਾ, ਮਗਰ ਹਜ਼ੂਰ ਪਾਕ ਤੇ ਉਹ ਮੁਨਕਰ ਨੇ। ਬਿਲਕੁਲ। ਅਸੀਂ ਹਜ਼ੂਰ ਪਾਕ ਨੇ ਖੁਦ ਬੱਕਰੀਆਂ ਚਰਾਈਆਂ, ਜੀ, ਜਾਨਦਾਰ ਚੀਜ਼, ਊਠ ਚਰਾਏ,
ਉਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇਹ ਵਪਾਰ ਕਰਦੇ। ਸਾਡੀ ਰੋਜ਼ੀ ਚੱਲਣ ਦੀ ਜ਼ਾਤ ਬਰਕਤ ਪਾਉਂਦੀ ਹਜ਼ੂਰ ਪਾਕ ਦੀ ਮਿਹਰਬਾਨੀ ਨਾਲ, ਉਹਨਾਂ ਦੀ ਬਦੌਲਤ। ਨੌਜਵਾਨ ਨਸਲ ਨੂੰ ਇਸ ਫੀਲਡ ਦੀ ਤਰਫ ਆਉਣਾ ਚਾਹੀਦਾ ਕਿ ਨਹੀਂ? ਆਉਣਾ ਚਾਹੀਦਾ। ਇਸ ਤਰ੍ਹਾਂ ਬਜ਼ੁਰਗੋ, ਦਿਲ ਖੁਸ਼ ਕਰ ਦਿੱਤਾ ਜੇ, ਬੜੀ ਵਧੀਆ ਮਾਲੂਮਾਤ ਦਿੱਤੀਆਂ ਜੇ, ਤੁਹਾਡੀ ਬੜੀ ਬੜੀ ਮਿਹਰਬਾਨੀ।